ਹੈਲੋ ਸਾਰਿਆਂ ਨੂੰ ਇੰਜੀਨੀਅਰਿੰਗ ਡਰਾਇੰਗ ਅਤੇ ਕੰਪਿਊਟਰ ਗ੍ਰਾਫਿਕਸ ਤੇ ਸਾਡੇ ਨੇਪਟਲ ਆਨਲਾਈਨ ਸਰਟੀਫਿਕੇਸ਼ਨ ਕੋਰਸਾਂ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਮੋਡਿਊਲ ਨੰਬਰ 2 ਕੋਨਿਕ ਸੈਕਸ਼ਨ ਉੱਤੇ ਲੈਕਚਰ ਨੰਬਰ 15 ਵਿੱਚ ਹਾਂ। ਅਤੇ ਅੱਜ ਦੀ ਕਲਾਸ ਵਿੱਚ ਅਸੀਂ ਇਸ ਬਾਰੇ ਹੋਰ ਸਿੱਖਾਂਗੇ ਕਿ ਪੈਰਾਬੋਲਾ ਕਿਵੇਂ ਬਣਾਇਆ ਜਾਂਦਾ ਹੈ। ਇਸ ਲਈ ਇੱਕ ਪੈਰਲਲ ਸੈਕਸ਼ਨ ਨੂੰ ਸਲੈਂਟ ਦੇ ਪੈਰਲਲ ਲੈ ਕੇ ਅਤੇ ਇਸ ਸੈਕਸ਼ਨ ਵਿੱਚੋਂ ਲੰਘ ਕੇ ਇੱਕ ਪੈਰਾਬੋਲਾ ਬਣਾਇਆ ਜਾਵੇਗਾ ਜੋ ਸਾਨੂੰ ਪੈਰਾਬੋਲਾ ਦਿੰਦਾ ਹੈ। ਪੈਰਾਬੋਲਾ ਨੂੰ ਬਣਾਉਣ ਲਈ ਮੁੱਖ ਤੌਰ ਤੇ 3 ਤਰੀਕੇ ਉਪਲਬਧ ਹਨ। 1 ਹੈ ਫੋਕਸ ਡਾਇਰੈਕਟ੍ਰਿਕਸ ਮੈਥਡ ਦੀ ਵਰਤੋਂ ਕਰਨਾ। ਸੈਕੰਡ 1 ਰੈਕਟੈਂਗਲ ਮੈਥਡ ਹੈ। ਅਤੇ ਥਰਡ ਟੈਂਜੈਂਟ ਮੈਥਡ ਹੈ। ਇਸ ਨੂੰ ਫੋਕਸ ਡਾਇਰੈਕਟ੍ਰਿਕਸ ਮੈਥਡ ਰਾਹੀਂ ਬਣਾਉਣ ਲਈ ਆਓ ਇਸ ਨੂੰ ਕਿਵੇਂ ਬਣਾਉਣਾ ਹੈ ਇਸ ਬਾਰੇ ਰੀਕੈਪ ਕਰੀਏ। ਇੱਕ ਡਾਇਰੈਕਟ੍ਰਿਕਸ ਉਹ ਹੁੰਦਾ ਹੈ ਜਿਸ ਵਿੱਚ ਇਨਫਿਨਾਈਟ ਐਕਸੈਂਟ੍ਰਿਸਿਟੀ ਹੁੰਦੀ ਹੈ। ਆਓ ਸੰਖੇਪ ਵਿੱਚ ਵੇਖੀਏ। ਜੇਕਰ ਇੱਕ ਫੋਕਸ ਹੁੰਦਾ ਹੈ ਤਾਂ ਡਾਇਰੈਕਟ੍ਰਿਕਸ ਤੋਂ 1 ਸਰਕਲ ਵਾਧੇ ਵਾਲੀ ਐਕਸੈਂਟ੍ਰਿਸਿਟੀ ਨਾਲ 1 ਇਲਿਪਸ ਬਣ ਜਾਂਦਾ ਹੈ। ਇਸ ਤੋਂ ਇਲਾਵਾ ਐਕਸੈਂਟ੍ਰਿਸਿਟੀ ਵਿੱਚ ਵਾਧਾ ਹੋਣ ਨਾਲ ਇਹ 1 ਪੈਰਾਬੋਲਾ ਬਣ ਜਾਂਦਾ ਹੈ, ਜਿਸ ਲਈ ਐਕਸੈਂਟ੍ਰਿਸਿਟੀ 1 ਦੇ ਇਕੁਅਲ ਹੁੰਦੀ ਹੈ। ਇਸ ਲਈ ਇਹ ਉਹ ਪੈਰਾਬੋਲਾ ਹੈ ਜਿਸ ਲਈ ਐਕਸੈਂਟ੍ਰਿਸਿਟੀ 1 ਹੈ। ਮਤਲਬ ਪੈਰਾਬੋਲਾ ਤੇ ਕੋਈ ਵੀ ਪੁਆਇੰਟ ਚੁਣੋ, ਪੁਆਇੰਟ ਤੇ ਫੋਕਸ ਕਰੋ ਅਤੇ ਉਸ ਪੁਆਇੰਟ ਤੱਕ ਦਾ ਡਾਇਰੈਕਟ੍ਰਿਕਸ ਇਕੁਅਲ ਅਨੁਪਾਤ ਬਣਾਉਂਦਾ ਹੈ। ਇਸ ਕੇਸ ਵਿੱਚ ਇਹ 1 ਅਤੇ ਇਹ 1 ਇਸ ਵਿੱਚ 1 ਇਕੁਅਲ ਹਨ। ਆਮ ਤੌਰ ਤੇ ਅਸੀਂ ਇਸ ਨੂੰ ਫੋਕਸ ਕਰਕੇ ਨੋਟ ਕਰਦੇ ਹਾਂ। ਇਹ ਪੁਆਇੰਟ ਵੀ ਹੋ ਸਕਦਾ ਹੈ ਅਤੇ ਇਹ ਪੁਆਇੰਟ ਸੀ ਐਕਸਿਸ CC ਤੇ CV ਅਤੇ ਵੀ F1 ਹੈ ਅਤੇ ਪੈਰਾਬੋਲਾ ਲਈ ਸਮਾਨ ਹਨ। ਇਸ ਤੋਂ ਇਲਾਵਾ ਐਕਸੈਂਟ੍ਰਿਸਿਟੀ ਵਿੱਚ ਹੋਰ ਵਾਧਾ ਨਾਲ ਕਿ ਅਸੀਂ ਇੱਕ ਹਾਈਪਰਬੋਲਾ ਪ੍ਰਾਪਤ ਕਰਨ ਜਾਵਾਂਗੇ। ਇਨਫਿਨਾਈਟ ਐਕਸੈਂਟ੍ਰਿਸਿਟੀ ਵਰਟੀਕਲ ਲਾਈਨ ਜਾਂ ਇਹ ਸਿੱਧੀ ਲਾਈਨ ਹੈ। ਅਸੀਂ ਪਹਿਲਾਂ ਹੀ ਲਿੰਕ ਐਕਸੈਂਟ੍ਰਿਸਿਟੀ ਫੋਕਸ ਤੋਂ ਡਾਇਰੈਕਟ੍ਰਿਕਸ ਤੋਂ ਦੂਰੀ ਤੱਕ ਪੁਆਇੰਟ ਦੀ ਦੂਰੀ ਹੈ। ਹੁਣ ਫੋਕਸ ਡਾਇਰੈਕਟ੍ਰਿਕਸ ਮੈਥਡ ਪਹਿਲੀ ਫੋਕਸ ਡਾਇਰੈਕਟ੍ਰਿਕਸ ਮੈਥਡ ਦੀ ਵਰਤੋਂ ਕਰਦੇ ਹੋਏ ਅਸੀਂ ਇੱਕ ਪੈਰਾਬੋਲਾ ਬਣਾਵਾਂਗੇ। ਜੇਕਰ ਫੋਕਸ ਦੀ ਦੂਰੀ ਹੈ ਤਾਂ ਆਓ ਇੱਕ ਉਦਾਹਰਨ ਨਾਲ ਸ਼ੁਰੂ ਕਰੀਏ। ਡਾਇਰੈਕਟ੍ਰਿਕਸ ਤੋਂ ਫੋਕਸ ਦਿੱਤਾ ਗਿਆ ਹੈ ਅਤੇ ਐਕਸੈਂਟ੍ਰਿਸਿਟੀ ਦਿੱਤਾ ਗਿਆ ਹੈ। ਪੈਰਾਬੋਲਾ ਐਕਸੈਂਟ੍ਰਿਸਿਟੀ ਹਮੇਸ਼ਾ 1 ਹੋਵੇਗੀ ਭਾਵੇਂ ਇਹ ਦਿੱਤਾ ਗਿਆ ਹੋਵੇ ਜਾਂ ਨਾ। ਆਓ ਇੱਕ ਪੈਰਾਬੋਲਾ ਕੰਸਟਰਕਟ ਕਰੀਏ। ਉਦਾਹਰਨ ਲਈ ਇਹ ਪੈਰਾਬੋਲਾ ਵਿੱਚ ਐਕਸੈਂਟ੍ਰਿਸਿਟੀ 1 ਹੈ ਅਤੇ ਡਾਇਰੈਕਟ੍ਰਿਕਸ ਤੋਂ ਫੋਕਸ ਦੀ ਦੂਰੀ ਹੈ। ਆਓ ਇਸ ਕੇਸ ਵਿੱਚ 60 ਮਿਲੀਮੀਟਰ ਲੈਂਦੇ ਹਾਂ। ਇਸ ਲਈ ਡਾਇਰੈਕਟ੍ਰਿਕਸ ਫੋਕਸ ਮੈਥਡ ਦੀ ਵਰਤੋਂ ਕਰਦੇ ਹੋਏ ਅਸੀਂ ਇਸ ਪੈਰਾਬੋਲਾ ਨੂੰ ਕੰਸਟਰਕਟ ਕਰਨ ਜਾ ਰਹੇ ਹਾਂ। ਆਓ ਅਸੀਂ ਇਸ ਪੁਆਇੰਟ ਨੂੰ C ਕਹੀਏ ਅਤੇ ਇਹ C ਪ੍ਰਾਈਮ ਹੈ ਅਤੇ ਸਾਡੀ ਪਰਿਭਾਸ਼ਾ ਵਿੱਚ ਐਕਸੈਂਟ੍ਰਿਸਿਟੀ ਦੁਆਰਾ ਫੋਕਸ F ਹੈ। ਅਸੀਂ V ਨੂੰ ਲੋਕੇਟ ਕਰਨ ਲਈ ਇਹ ਪੋਜੀਸ਼ਨ ਵਿੱਚ ਹੋਵਾਂਗੇ ਜਿੱਥੇ ਵੀ F CV ਦੇ ਇਕੁਅਲ ਹੈ। ਇਸ ਮਕਸਦ ਲਈ ਅਸੀਂ ਕੀ ਕਰਦੇ ਹਾਂ? ਪਹਿਲਾਂ ਇਹ B ਲਾਈਨ ਡਰਾ ਕਰਦੇ ਹਾਂ ਡਾਇਰੈਕਟ੍ਰਿਕਸ ਦੇ ਤੌਰ ਤੇ। ਫਿਰ ਇੱਕ ਪਰਪੈਂਡੀਕਿਊਲਰ ਲਾਈਨ CC' ਡਾਇਰੈਕਟ੍ਰਿਕਸ ਤੋਂ ਫੋਕਸ ਤੋਂ ਦੂਰੀ ਜਾਣੀ ਜਾਂਦੀ ਹੈ। ਇਸ ਲਈ C ਅਤੇ F ਨੂੰ ਜਾਣ ਕੇ ਇਹ ਪੁਆਇੰਟ ਵੀ ਲੋਕੇਟ ਕਰੋ।
ਇੱਕ ਵਾਰ ਜਦੋਂ ਇਹ CVVF ਦਾ ਪਤਾ ਲੱਗ ਜਾਂਦਾ ਹੈ, ਅਸੀਂ ਬਾਕੀ ਦੇ ਪੈਰਾਬੋਲਾ ਨੂੰ ਬਣਾਉਣ ਜਾ ਰਹੇ ਹਾਂ। ਠੀਕ ਹੈ। ਆਓ ਇਸ ਨੂੰ C ਪ੍ਰਾਈਮ V ਪੁਆਇੰਟ A B ਪੁਆਇੰਟ ਨੂੰ ਡਾਇਰੈਕਟ੍ਰਿਕਸ ਦਾ ਨਾਮ ਦੇਈਏ। ਫਸਟ ਐਕਸਿਸ C ਪ੍ਰਾਈਮ ਤੇ ਡਾਇਰੈਕਟ੍ਰਿਕਸ AB ਡਰਾ ਕਰੋ ਤਾਂ ਸਮਾਨ ਤੌਰ ਤੇ ਅਸੀਂ ਇਸ ਨੂੰ ਆਪਣੀ ਗ੍ਰਾਫ ਸ਼ੀਟ AB ਤੇ ਬਣਾਉਂਦੇ ਹਾਂ। ਸਾਨੂੰ ਪਹਿਲਾਂ ਡਰਾ ਕਰਨਾ ਪਵੇਗਾ। ਡਾਇਰੈਕਟ੍ਰਿਕਸ ਇੱਕ ਵਰਟੀਕਲ ਲਾਈਨ ਹੈ। ਇਸ ਦਾ ਨਾਮ A B ਤੇ ਕਿਤੇ ਕੁਝ ਡਰਾ ਕਰਦੀ ਐਕਸਿਸ C ਪ੍ਰਾਈਮ ਜੋ ਕਿ ਹੋਰੀਜ਼ੋਨਟਲ ਲਾਈਨ ਹੈ। ਸ਼ਾਇਦ ਆਓ 1 ਬਹੁਤ ਲੰਬੀ ਲਾਈਨ ਡਰਾ ਕਰੀਏ। ਇਸ ਦਾ ਨਾਮ C ਪ੍ਰਾਈਮ ਰੱਖੋ। ਇਹ ਐਕਸਿਸ ਹੈ ਅਤੇ ਇਹ ਡਾਇਰੈਕਟ੍ਰਿਕਸ ਹੈ। ਇੱਕ ਵਾਰ ਇਹ ਹੋ ਜਾਏ, F ਨੂੰ C ਪ੍ਰਾਈਮ ਉੱਤੇ ਮਾਰਕ ਕਰੋ, ਜਿਵੇਂ CF 60 ਮਿਲੀਮੀਟਰ ਦੇ ਇਕੁਅਲ ਹੈ। ਆਓ ਅਸੀਂ ਆਪਣੀ ਸ਼ੀਟ ਤੇ ਚੱਲੀਏ। CC ਤੇ F ਨੂੰ ਇਸ ਤਰ੍ਹਾਂ ਮਾਰਕ ਕਰੀਏ ਕਿ CF ਇੱਥੇ 60 ਮਿਲੀਮੀਟਰ ਦੇ ਇਕੁਅਲ ਦਾ ਮਤਲਬ ਹੈ। ਆਓ ਅਸੀਂ ਅੱਗੇ ਵਧੀਏ। 60 ਮਿਲੀਮੀਟਰ ਮਾਰਕ ਕਰੋ। ਇਸ ਲਈ ਇਹ ਉਹ ਪੁਆਇੰਟ ਹੈ ਜਿੱਥੇ ਅਸੀਂ ਫੋਕਸ ਕਰਨਾ ਹੈ। ਹੁਣ CF ਦੇ ਅੱਧੇ ਪੁਆਇੰਟ ਤੇ V ਨੂੰ ਮਾਰਕ ਕਰੋ। ਕਿਉਂਕਿ ਐਕਸੈਂਟ੍ਰਿਸਿਟੀ 1 ਹੈ, ਜੋ ਅਸੀਂ ਅੱਧੇ ਪੁਆਇੰਟ ਤੇ ਮਾਰਕ ਕਰਨ ਜਾ ਰਹੇ ਹਾਂ, ਜੋ ਕਿ 30 ਮਿਲੀਮੀਟਰ ਹੈ। ਇਸ ਲਈ ਉਸ ਤੋਂ ਬਾਅਦ V ਤੇ A ਪਰਪੈਂਡੀਕਿਊਲਰ VB ਡਰਾ ਕਰੋ VF ਦੇ ਇਕੁਅਲ ਹੈ। A ਪਰਪੈਂਡੀਕਿਊਲਰ VB VF ਦੇ ਇਕੁਅਲ ਹੈ। V B VF ਦੇ ਇਕੁਅਲ ਦਾ ਮਤਲਬ A ਵੀ F ਹੈ। ਇੱਥੇ ਸਾਨੂੰ ਉਸ ਡਾਇਰੈਕਸ਼ਨ ਵਿੱਚ A ਪਰਪੈਂਡੀਕਿਊਲਰ ਡਰਾ ਕਰਨਾ ਪਵੇਗਾ। ਇੱਥੇ ਜੋ ਵੀ VF ਦੀ ਦੂਰੀ ਹੈ, B ਨੂੰ ਲੋਕੇਟ ਕਰੋ। ਇਸ ਦਾ ਮਤਲਬ ਹੈ, ਹੁਣ ਆਪਣੀ ਕੰਪਾਸ ਦੀ ਵਰਤੋਂ ਕਰੋ। ਸਾਡੀ ਗ੍ਰਾਫ ਸ਼ੀਟ ਤੇ ਜੋ ਵੀ F ਦੀ ਦੂਰੀ ਹੈ, ਅਸੀਂ ਇਸ ਨੂੰ ਇੱਥੇ ਦੋਵਾਂ ਸਾਈਡ ਤੇ ਮਾਰਕ ਕਰਦੇ ਹਾਂ। ਇਹਨਾਂ ਪੁਆਇੰਟ ਨੂੰ ਜੁਆਇਨ ਕਰੋ। ਜੇ ਇਹ ਪੁਆਇੰਟ ਸਾਡਾ B ਹੈ, ਆਓ ਇਸ ਨੂੰ BB ਪ੍ਰਾਈਮ ਕਹੀਏ। ਤਾਂ ਵੀ B ਵੀ F ਦੇ ਇਕੁਅਲ ਹੈ। ਅਤੇ ਫਿਰ C ਅਤੇ B ਨੂੰ ਜੁਆਇੰਟ ਕਰੋ। ਤਾਂ C ਅਤੇ B ਨੂੰ ਸਾਨੂੰ ਜੁਆਇਨ ਕਰਨਾ ਪਵੇਗਾ। ਇਸ ਤਰ੍ਹਾਂ ਇਹ ਤਰੀਕਾ ਹੈ, ਸਾਨੂੰ ਇਸ ਤਰ੍ਹਾਂ ਦੀ ਕਿਸੇ ਨਾਲ ਜੁਆਇਨ ਹੋਣਾ ਪਵੇਗਾ। ਤਾਂ CBA ਨੂੰ ਆਓ ਅਸੀਂ ਜੁਆਇਨ ਕਰੀਏ। ਤਾਂ ਹੁਣ ਇਸ ਪੁਆਇੰਟ ਤੇ
ਸਾਨੂੰ VC ਡੈਸ਼ ਤੇ ਕੁਝ ਪੁਆਇੰਟ 1 2 3 4 5 ਨੂੰ ਮਾਰਕ ਕਰਨਾ ਹੋਵੇਗਾ। ਇਸ ਲਈ ਵੀ AC ਡੈਸ਼ ਉਹ ਹੈ 1 2 3 4 ਪੁਆਇੰਟ ਵਾਂਗ ਕੁਝ ਮਾਰਕ ਕਰੋ। ਇਹ ਆਰਬਿਟਰੇਰੀ ਪੁਆਇੰਟ ਹਨ। ਇਸ ਲਈ ਆਓ ਅਸੀਂ ਇਕੁਈ ਡਿਵੀਜ਼ਨ 1 2 ਫੋਕਸ 5 6 ਅਤੇ 7 ਪੁਆਇੰਟ ਤੇ ਕਿਤੇ ਚੁਣੀਏ। ਅਤੇ ਉੱਥੇ ਸਾਨੂੰ ਪਰਪੇਂਡੀਕੁਲਰ ਡਰਾ ਕਰਨਾ ਪੈਂਦਾ ਹੈ। ਉੱਥੇ ਸਾਨੂੰ 1 ਡੈਸ਼ 2 ਡੈਸ਼ 3 ਡੈਸ਼ 4 ਡੈਸ਼ ਪ੍ਰਾਪਤ ਕਰਨ ਲਈ ਉਹਨਾਂ ਨੂੰ CB ਉੱਤੇ ਪਰਪੇਂਡੀਕੁਲਰ ਡਰਾ ਕਰਨਾ ਹੋਵੇਗਾ। ਇਸ ਲਈ ਇੱਥੇ ਕਿਉਂਕਿ ਇਹ ਗਰਿਡ ਪੁਆਇੰਟ ਮੇਲ ਖਾਂਦੇ ਹਨ, ਅਤੇ ਸਾਡਾ ਪੈਰਾਬੋਲਾ F ਵਿੱਚੋਂ ਲੰਘਦਾ ਹੈ। ਇਸ ਲਈ ਜੇਕਰ ਅਸੀਂ ਇਹਨਾਂ ਲਾਈਨ ਨੂੰ ਇੱਥੇ ਵੀ ਡਰਾ ਕਰਦੇ ਹਾਂ, ਤਾਂ ਅਸੀਂ ਇਹਨਾਂ ਲਾਈਨ ਨੂੰ ਡਰਾ ਕਰਦੇ ਹਾਂ। ਇਹ ਵਰਟੀਕਲ ਡਰਾ ਕਰੋ। ਇਤਿਆਦਿ। ਜਿਸ ਤਰੀਕੇ ਨਾਲ ਅਸੀਂ B ਪ੍ਰਾਈਮ ਨੂੰ ਕੰਸਟਰਕਟ ਕੀਤਾ, ਅਸੀਂ C ਅਤੇ B ਪ੍ਰਾਈਮ ਨੂੰ VC ਅਤੇ B ਪ੍ਰਾਈਮ ਨਾਲ ਜੁਆਇਨ ਕਰਦੇ ਹਾਂ। ਹੁਣ ਸਾਨੂੰ ਮਾਰਕ ਲਗਾਉਣਾ ਪਵੇਗਾ। 1 ਵਾਰ ਜਦੋਂ ਅਸੀਂ ਇਹਨਾਂ ਪਰਪੇਂਡੀਕੁਲਰ ਨੂੰ ਪੁਆਇੰਟ ਤੋਂ 1 2 3 4 ਤੋਂ ਡਰੋਪ ਕਰਦੇ ਹਾਂ, ਤਾਂ ਆਓ ਅਸੀਂ 1 2 3 4 5 ਡਰਾਇੰਗ ਪਰਪੇਂਡੀਕੁਲਰ ਨੂੰ CB ਉੱਤੇ ਰੱਖੀਏ। ਇਸ ਪਾਸੇ 1 ਪ੍ਰਾਈਮ 2 ਪ੍ਰਾਈਮ 1 ਪ੍ਰਾਈਮ 2 ਪ੍ਰਾਈਮ 3 ਪ੍ਰਾਈਮ 4 ਪ੍ਰਾਈਮ ਉਹੀ ਚੀਜ਼ ਹੋਵੇ ਸਾਨੂੰ ਵੀ ਪ੍ਰਾਪਤ ਹੋਵੇਗੀ। ਸੈਂਟਰ ਦੇ ਤੌਰ ਤੇ F ਦੇ ਨਾਲ, ਆਓ ਸੈਂਟਰ ਦੇ ਤੌਰ ਤੇ F ਅਤੇ ਰੇਡੀਅਸ 1 1 ਡੈਸ਼ ਦੇ ਨਾਲ 6 ਨੂੰ ਵੇਖੀਏ। ਇਸ ਲਈ ਆਓ ਅਸੀਂ ਪਹਿਲਾਂ ਹੀ ਅਰੇਂਜ ਕਰ ਚੁੱਕੇ ਹਾਂ 1 2 3 ਪੁਆਇੰਟ, ਅਤੇ ਇਸ ਨੂੰ ਅਸੀਂ CC ਡੈਸ਼ ਅਤੇ ਇਸ ਨੂੰ A ਅਤੇ ਇਸ ਨੂੰ B ਅਤੇ ਇਹ ਫੋਕਸ ਹੈ ਅਤੇ ਇਹ ਵੀ ਦਾ ਨਾਮ ਦਿੱਤਾ। ਹੁਣ ਸੈਂਟਰ ਦੇ ਰੂਪ ਵਿੱਚ F ਦੇ ਨਾਲ ਇਸ ਦਾ ਮਤਲਬ ਹੈ ਕਿ ਅਸੀਂ ਇਸ ਪੁਆਇੰਟ ਨੂੰ ਲੈਣਾ ਹੈ ਅਤੇ ਰੇਡੀਅਸ 1 1 ਡੈਸ਼ ਲੈਣਾ ਹੈ। ਇਸ ਲਈ 1 ਇਹ ਹੈ ਕਿ ਇਹ 1 ਡੈਸ਼ ਕਿਤੇ CB ਲਾਈਨ ਵਿੱਚ ਜੁਆਇਨ ਹੋ ਰਿਹਾ ਹੈ। ਜੇਕਰ ਇਹ ਇਸ ਤਰੀਕੇ ਨਾਲ ਲੰਘ ਰਿਹਾ ਹੈ, ਤਾਂ ਅਸੀਂ B ਪੁਆਇੰਟ ਵਰਗੀ ਕੋਈ ਚੀਜ਼ ਪਛਾਣ ਲਈ ਹੈ। ਇਸ ਲਈ 1 ਤੋਂ 1 ਡੈਸ਼ ਜਿੱਥੇ ਇਹ ਉਸ ਬਿੰਦੂ ਨੂੰ B ਤੋਂ B ਕਰਵ ਤੇ ਇੰਟਰਸੈਕਟ ਕਰਨ ਜਾ ਰਿਹਾ ਹੈ, ਅਸੀਂ B ਨੂੰ ਲੋਕੇਟ ਕੀਤਾ ਹੈ। ਠੀਕ ਹੈ। ਇੱਕ ਅਸੀਂ ਵਧਾ ਦਿੱਤਾ ਹੈ, ਇਸ ਲਈ ਇੱਕ ਡੈਸ਼ ਸਾਨੂੰ ਮਿਲਿਆ ਹੈ। ਇਸ ਲਈ ਜੋ ਵੀ 1 ਤੋਂ 1 ਡੈਸ਼ ਦੀ ਲੈਂਥ ਦੀ ਵਰਤੋਂ ਕਰਦਾ ਹੈ, ਫੋਕਸ ਤੋਂ ਉਸ ਲੈਂਥ ਨੂੰ ਸੈਂਟਰ ਵਜੋਂ F ਦੇ ਨਾਲ ਸੈਂਟਰ ਤੇ ਵਰਤਦੀ, ਅਤੇ 1 1 ਡੈਸ਼ ਦਾ ਰੇਡੀਅਸ 1 ਆਰਕ ਬਣਾਉਂਦਾ ਹੈ ਜੋ ਇਸ ਕਰਵ ਨੂੰ ਇੰਟਰਸੈਕਟ ਕਰਦੀ ਹੈ। ਇਸ ਲਈ ਆਓ ਡਰਾਇੰਗ ਸ਼ੀਟ ਨੂੰ ਵੇਖੀਏ। 1 1 ਡੈਸ਼ ਉਸ ਲੈਂਥ ਨੂੰ ਚੁਣੋ। ਇਹ ਫੋਕਸ ਤੋਂ ਇੱਕ ਹੈ। ਸਾਨੂੰ ਇਸ ਨੂੰ ਕੰਸਟਰਕਟ ਕਰਨਾ ਹੈ। ਸਾਡਾ ਫੋਕਸ ਇਹ ਹੈ। ਇੱਕ ਨੂੰ ਇੰਟਰਸੈਕਟ ਕਰੋ, ਇਹ ਪੁਆਇੰਟ ਹੈ। ਸਿਮਿਲਰਲੀ, ਫੋਕਸ ਸੈਂਟਰ ਦੇ ਨਾਲ 2 ਤੋਂ 2 ਡੈਸ਼ ਇਸ ਨੂੰ ਇੰਟਰਸੈਕਟ ਕਰਦੇ ਹਨ। 3 ਡੈਸ਼ ਚੀਜ਼ਾਂ ਇੱਥੇ ਆਪਣੇ ਆਪ ਨੂੰ ਇੰਟਰਸੈਕਟ ਕਰਨ ਜਾ ਰਹੀਆਂ ਹਨ। 4 ਤੋਂ 4 ਡੈਸ਼ ਆਓ ਇਸ ਨੂੰ ਨਾਮ ਦੇਈਏ। ਇਹ F ਡੈਸ਼ ਅਤੇ ਇਹ 3 ਡੈਸ਼ ਹੈ ਅਤੇ ਇਹ 4 ਡੈਸ਼ ਹੈ।
ਇਸ ਲਈ 3 ਤੋਂ 3 ਡੈਸ਼। ਆਓ ਇਸ ਨੂੰ ਮਾਪੀਏ। ਇਹ F ਤੋਂ ਇਸ ਕਰਵ ਨੂੰ ਇੰਟਰਸੈਕਟ ਕਰਦਾ ਹੈ। ਸਿਮਿਲਰਲੀ F4 ਤੋਂ 4 ਡੈਸ਼ F ਦੀ ਵਰਤੋਂ ਇੰਟਰਸੈਕਟ A ਲਈ ਕਰੋ। ਇਸ ਲਈ ਜੇਕਰ ਸਾਡੇ ਕੋਲ ਉਹ ਪੁਆਇੰਟ ਹਨ ਤਾਂ ਉਹਨਾਂ ਨਾਲ ਜੁਆਇਨ ਕਰੋ। ਆਓ ਇਸ ਪੁਆਇੰਟ ਤੇ ਵੀ ਕੰਸਟਰਕਟ ਕਰ ਸਕਦਾ ਹੈ। ਆਓ ਇੱਥੇ 1 ਹੋਰ ਪੁਆਇੰਟ ਕੰਸਟਰਕਟ ਕਰੀਏ BC ਤੇ। ਆਓ ਇੱਥੇ 1 ਹੋਰ ਪੁਆਇੰਟ ਕੰਸਟਰਕਟ ਕਰੀਏ। ਇੱਥੇ ਵੀ ਅਸੀਂ ਅਸਲ ਵਿੱਚ ਇੱਕ ਹੋਰ ਕੰਸਟਰਕਟ ਕਰ ਸਕਦੇ ਹਾਂ, ਹਾਲਾਂਕਿ ਇਹ ਕਰਵ ਵੀ ਵਿੱਚੋਂ ਲੰਘਦਾ ਹੈ। ਇਸ ਲਈ ਇਸ ਨੂੰ ਇਸ ਦਿਸ਼ਾ ਵਿੱਚ ਜਾਣਾ ਪੈਂਦਾ ਹੈ। ਇਸ ਦਾ ਮਤਲਬ ਹੈ ਕਿ ਕੋਈ ਵੀ ਮੱਧ ਪੁਆਇੰਟ ਅਸੀਂ ਇਸ ਨੂੰ ਹਮੇਸ਼ਾ ਕੰਸਟਰਕਟ ਕਰ ਸਕਦੇ ਹਾਂ। ਐਕੂਰੇਸੀ ਦਾ ਸੁਧਾਰ ਕਰਨ ਲਈ। ਇਸ ਲਈ ਇਸ ਨੂੰ ਸਾਰੇ ਤਰੀਕੇ ਨਾਲ ਇਸ ਨੂੰ ਮਾਪੋ ਤਾਂ ਕਿ F ਤੋਂ ਜੇ ਮੈਂ ਇੱਕ ਦੂਜੇ ਨੂੰ ਇੰਟਰਸੈਕਟ ਕਰਨ ਜਾ ਰਿਹਾ ਹਾਂ ਜਿੱਥੇ ਇਹ ਇੱਕ ਦੂਜੇ ਨੂੰ ਇੰਟਰਸੈਕਟ ਕਰਨ ਜਾ ਰਿਹਾ ਹੈ। ਜੇਕਰ ਇਹ ਪੁਆਇੰਟ ਨੂੰ ਅਸੀਂ ਇਸ ਤਰੀਕੇ ਨਾਲ ਜੁਆਇਨ ਕਰਨ ਜਾ ਰਹੇ ਹਾਂ ਤਾਂ ਇਹ ਚੱਲਦਾ ਹੈ। ਸਿਮਿਲਰਲੀ ਜੇਕਰ ਅਸੀਂ ਬਾਟਮ ਸਾਈਡ ਕੰਸਟਰਕਟ ਕਰ ਰਹੇ ਹਾਂ ਤਾਂ ਇਹ ਫੋਕਸ ਇੰਟਰਸੈਕਟ 1 ਤੋਂ 1 ਦੂਰੀ ਹੈ। ਇਸੇ ਤਰ੍ਹਾਂ ਇਸ ਪੁਆਇੰਟ ਤੋਂ ਸੈਂਟਰ ਵਜੋਂ ਫੋਕਸ ਕੰਸਟਰਕਟ ਕਰੋ। ਸਿਮਿਲਰਲੀ ਇਸ ਪੁਆਇੰਟ ਤੋਂ ਲੈ ਕੇ B ਪ੍ਰਾਈਮ ਲਾਈਨ ਨੂੰ ਪਰਪੈਂਡੀਕਿਊਲਰ ਪਰ ਸੈਂਟਰ ਵਜੋਂ ਫੋਕਸ ਕਰੋ। ਸਿਮਿਲਰਲੀ ਇਸ ਪੁਆਇੰਟ ਤੋਂ ਫੋਕਸ ਨਾਲ ਇਸ ਨੂੰ ਇੰਟਰਸੈਕਟ ਕਰਦਾ ਹੈ, ਇਤਿਆਦਿ। ਇਸ ਲਈ ਸਾਡੇ ਕੋਲ ਇਹ ਇੰਟਰਸੈਕਸ਼ਨ ਪੁਆਇੰਟ ਹਨ। ਉੱਥੇ ਅਤੇ ਉੱਥੇ। ਇਹ ਫ੍ਰੀਹੈਂਡ ਕਰਵ ਨੂੰ ਜੁਆਇਨ ਕਰੋ। ਇਹ ਉਸ ਦਿਸ਼ਾ ਵਿੱਚ ਜਾਂਦਾ ਹੈ। ਅਤੇ ਇਹ ਉਹ ਤਰੀਕਾ ਹੈ ਜਿਸ ਨਾਲ ਅਸੀਂ 1 ਪੈਰਾਬੋਲਾ ਕੰਸਟਰਕਟ ਕਰਦੇ ਹਾਂ। ਜੇਕਰ ਅਸੀਂ ਇਸ ਨੂੰ ਦੇਖ ਰਹੇ ਹਾਂ ਤਾਂ ਕਰਵ ਤੇ ਕੋਈ ਵੀ ਪੁਆਇੰਟ ਚੁਣੋ। ਆਓ ਆਪਾਂ ਪਹਿਲਾ ਪੁਆਇੰਟ ਇਸ ਇੱਕ ਪੁਆਇੰਟ P ਨੂੰ ਚੁਣੀਏ। ਆਓ ਅਸੀਂ ਇਸ ਹੋਰੀਜ਼ੋਨਟਲ ਡਿਸਟੈਂਸ ਨੂੰ ਚੁਣੀਏ। ਆਓ ਇਸ ਨੂੰ D ਕਹੀਏ। FP/PD ਹਮੇਸ਼ਾ ਐਕਸੈਂਟ੍ਰਿਸਿਟੀ ਪਰਿਭਾਸ਼ਾ ਦੁਆਰਾ 1 ਹੁੰਦਾ ਹੈ। ਹੁਣ ਅਸੀਂ 1 ਸੈਕੰਡ ਮੈਥਡ ਕੰਸਟਰਕਟ ਕਰਨ ਲਈ ਅੱਗੇ ਜਾਵਾਂਗੇ ਜੋ ਕਿ ਪੈਰਾਬੋਲਾ ਕੰਸਟਰਕਸ਼ਨ ਲਈ ਰੈਕਟੈਂਗਲ ਮੈਥਡ ਤੇ ਆਧਾਰਿਤ ਹੈ। ਇਸ ਰੈਕਟੈਂਗਲ ਮੈਥਡ ਵਿੱਚ ਜੋ ਅਸੀਂ ਇਲਿਪਸ ਲਈ ਸਿੱਖਿਆ ਹੈ ਉਸੇ ਤਰ੍ਹਾਂ ਦੀ ਸਟ੍ਰੈਟਜੀ ਅਸੀਂ ਵਰਤਾਂਗੇ। ਸਾਨੂੰ ਇਸ ਤੇ ਨਜ਼ਰ ਮਾਰੋ। ਇੱਕ ਪੈਰਾਬੋਲਾ ਨੂੰ 140 ਮਿਲੀਮੀਟਰ ਬਾਏ 100 ਮਿਲੀਮੀਟਰ ਦੇ ਰੈਕਟੈਂਗਲ ਸਾਈਜ਼ ਨਾਲ ਬਣਾਇਆ ਜਾਣਾ ਚਾਹੀਦਾ ਹੈ। ਇਸ ਲਈ ਸਭ ਤੋਂ ਪਹਿਲਾਂ ਇਹ ਰੈਕਟੈਂਗਲ ਕੰਸਟਰਕਟ ਕਰੋ। ਪੁਆਇੰਟ A, ਪੁਆਇੰਟ B, ਕੁਝ ਦਾ ਨਾਮ D, ਸ਼ਾਇਦ E ਅਤੇ F। ਇਸ ਲਈ ਇਹ 140 ਮਿਲੀਮੀਟਰ ਹੈ ਅਤੇ ਇਹ 100 ਮਿਲੀਮੀਟਰ ਹੈ। ਹੁਣ ਸਾਨੂੰ ਕੀ ਕਰਨਾ ਹੈ? ਇਹ ਪੁਆਇੰਟ C ਹੈ। ਹੁਣ ਮੇਜਰ ਲੈਂਥ A ਤੋਂ B, ਜੋ ਕਿ 140 ਮਿਲੀਮੀਟਰ ਹੈ।
ਕਿਉਂਕਿ ਇਹ 1 ਰੈਕਟੈਂਗਲ ਲੈਂਥ ਹੈ ਜੋ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪੁਆਇੰਟ ਦੀ ਇਕੁਅਲ ਸੰਖਿਆ ਵਿੱਚ ਡਿਵਾਈਡ ਕਰੋ, ਇਸ ਲਈ c 1 2 ਦੋਨੋਂ ਸਾਈਡ 1 2 3 4 5 ਕਹਿੰਦੇ ਹਾਂ। ਇਸ ਲਈ 1 2 3 4 5 6 ਇਕੁਅਲ ਡਿਵੀਜ਼ਨ ਅਸੀਂ ਕੰਸਟਰਕਟ ਕੀਤੀਆਂ ਹਨ। ਇਸ ਲਈ ਇਸ ਨੂੰ 12 ਇਕੁਅਲ ਪਾਰਟ ਵਿੱਚ ਡਿਵਾਈਡ ਕਰੋ ਜੋ ਕਿ ਦੋਵੇਂ ਸਾਈਡ ਤੇ 6 ਹਨ। ਹੁਣ ਇੱਥੇ ਵੀ ਪਹਿਲਾ, ਸੈਕੰਡ, ਥਰਡ, ਫੋਰਥ, 5 6 ਇਕੁਅਲ ਪਾਰਟ ਡਿਵੀਜ਼ਨ ਆਓ ਇਸ ਨੂੰ ਕੰਸਟਰਕਟ ਕਰੀਏ। ਇਸ ਨੂੰ 1 2 3 4 ਅਤੇ 5 ਨਾਮ ਦਿਓ। ਇੱਕ ਵਾਰ ਜਦੋਂ ਇਹ ਡੀ ਪੁਆਇੰਟ ਕੋਨੈਕਟ ਪਹਿਲੇ ਪੁਆਇੰਟ ਤੋਂ ਕੀਤਾ ਜਾਂਦਾ ਹੈ, ਸਿਮਿਲਰਲੀ ਡੀ ਤੋਂ ਸੈਕੰਡ ਪੁਆਇੰਟ, ਥਰਡ ਪੁਆਇੰਟ ਅਤੇ ਹੋਰ ਨਾਲ ਕਨੈਕਟ ਕਰੋ। ਫਸਟ ਪੁਆਇੰਟ ਵਰਟੀਕਲ ਪ੍ਰੋਜੈਕਸ਼ਨ ਅਜਿਹਾ ਕਰੋ ਜਿੱਥੇ ਕਿਤੇ ਵੀ ਇਹ ਇੰਟਰਸੈਕਟਿੰਗ ਹੁੰਦਾ ਹੈ ਉਸ ਪੁਆਇੰਟ ਨੂੰ P ਦਾ ਨਾਮ ਦਵੋ। ਸੈਕੰਡ ਲਾਈਨ ਲਈ ਇਸ ਦਾ ਮਤਲਬ ਹੈ ਕਿ ਇਹ ਸੈਕੰਡ ਪੁਆਇੰਟ ਤੋਂ ਇਹ ਲਾਈਨ ਹੈ, ਇਸ ਨੂੰ ਇੰਟਰਸੈਕਸ਼ਨ ਪੁਆਇੰਟ P2 ਤੱਕ ਪੂਰੀ ਤਰ੍ਹਾਂ ਨਾਲ ਪ੍ਰੋਜੈਕਟ ਕਰੋ। ਸਿਮਿਲਰਲੀ ਤੀਜੀ ਲਾਈਨ P3 ਤੇ ਤੀਜੀ ਪ੍ਰੋਜੈਕਸ਼ਨ ਅਤੇ ਸਿਮਿਲਰਲੀ ਚੌਥੀ ਲਾਈਨ P4 ਤੇ ਚੌਥੀ ਪ੍ਰੋਜੈਕਸ਼ਨ ਸਿਮਿਲਰਲੀ P5 ਅਸੀਂ ਇਸ ਨੂੰ ਕੰਸਟਰਕਟ ਕਰਨ ਦੀ ਪੋਜੀਸ਼ਨ ਵਿੱਚ ਹੋਵਾਂਗੇ। ਇੱਕ ਵਾਰ ਜਦੋਂ ਇਹ ਪੁਆਇੰਟ ਲੋਕੇਟ ਹੋ ਜਾਂਦੇ ਹਨ ਤਾਂ ਇਹ 4 3 2 1 ਅਤੇ D ਹਨ। ਪਹਿਲਾ ਹੀ ਇਹ ਪੁਆਇੰਟ ਹੈ। ਇਹਨਾਂ ਪੁਆਇੰਟ ਨੂੰ ਫ੍ਰੀਹੈਂਡ ਦੁਆਰਾ ਜੁਆਇਨ ਕਰੋ। 1 ਇਸ ਪੈਰਾਬੋਲ ਨੂੰ ਕੰਸਟਰਕਟ ਕਰੇਗਾ। ਇਹ 1 ਸਿਮੈਟ੍ਰਿਕ ਹੈ, ਇਸ ਲਈ ਕੋਈ ਇਸ ਨੂੰ ਪ੍ਰਾਪਤ ਕਰਨ ਲਈ ਇਸ ਨੂੰ ਹੌਰੀਜ਼ੌਂਟਲੀ ਪ੍ਰੋਜੈਕਟ ਕਰ ਸਕਦਾ ਹੈ, ਨਹੀਂ ਤਾਂ ਅਸੀਂ ਪਹਿਲਾਂ ਹੀ ਇਹ 1 2 3 4 5 ਇੱਕੋ ਵਿਧੀ ਕੰਸਟਰਕਟ ਕਰ ਚੁੱਕੇ ਹਾਂ। ਅਸੀਂ ਦੂਜੀ ਸਾਈਡ ਸਿਮੈਟ੍ਰਿਕ ਪੁਆਇੰਟ ਕੰਸਟਰਕਟ ਕਰਨ ਲਈ ਇਸ ਨੂੰ ਦੁਹਰਾ ਸਕਦੇ ਹਾਂ। ਉਸ ਤੋਂ ਬਾਅਦ ਇਸ ਪੈਰਾਬੋਲ ਨੂੰ ਕੰਸਟਰਕਟ ਕਰਨ ਲਈ ਉਹਨਾਂ ਨਾਲ ਜੁਆਇਨ ਕਰੋ। ਆਓ ਇਸ ਨੂੰ ਸ਼ੀਟ ਤੇ ਕਰੀਏ। ਸਭ ਤੋਂ ਫਸਟ ਸਾਨੂੰ ਸ਼ੀਟ ਤੇ 140 ਮਿਲੀਮੀਟਰ ਬਾਏ 100 ਮਿਲੀਮੀਟਰ ਰੈਕਟੈਂਗਲ ਡਰਾ ਕਰਨਾ ਹੋਵੇਗਾ। ਇਸ ਲਈ ਕਿਤੇ 140 ਮਿਲੀਮੀਟਰ ਇਹਨਾਂ ਐਂਡ ਪੁਆਇੰਟ A ਅਤੇ B ਲੋਕੇਟ ਕਰੋ। ਵਰਟੀਕਲ 100 ਮਿਲੀਮੀਟਰ ਪਹਿਲਾਂ ਹੀ ਇੱਕ ਗ੍ਰਾਫ ਸ਼ੀਟ ਹੈ, ਇਸ ਲਈ ਇਸ 100 ਮਿਲੀਮੀਟਰ ਉੱਤੇ ਅਸੀਂ ਕੰਸਟਰਕਟ ਕਰਨ ਜਾ ਰਹੇ ਹਾਂ। ਇਸ ਪੁਆਇੰਟ ਨੂੰ ਕੁਝ E ਉਸੇ 100 ਮਿਲੀਮੀਟਰ ਨੂੰ ਇਸ ਸਾਈਡ ਤੇ ਲੋਕੇਟ ਕਰੋ। ਇਹਨਾਂ E ਅਤੇ F ਪੁਆਇੰਟ ਨਾਲ ਜੁਆਇਨ ਕਰੋ। ਕਾਲ F ਹੁਣ ਇਸ ਨੂੰ 140 ਦੇ ਇਕੁਅਲ ਪਾਰਟ ਵਿੱਚ ਡਿਵਾਈਡ ਕਰੋ, ਇਸ ਲਈ ਇਹ ਇਸ ਦੇ ਸੈਂਟਰ ਵਿੱਚੋਂ ਲੰਘ ਗਿਆ। ਹੁਣ ਬਾਇਸੈਕਟਰ ਅਸੀਂ ਇਸ ਨੂੰ ਕੰਸਟਰਕਟ ਕਰ ਸਕਦੇ ਹਾਂ।
ਨਹੀਂ ਤਾਂ 50 ਮਿਲੀਮੀਟਰ ਇਹਨਾਂ ਨਾਲ ਜੁਆਇਨ ਕਰੋ। ਉਹ ਪਰਪੈਂਡੀਕਿਊਲਰ ਬਾਇਸੈਕਟਰ ਕੰਸਟਰਕਟ ਕਰਨ ਦੀ ਪੋਜੀਸ਼ਨ ਵਿੱਚ ਹੋਵੇਗਾ। ਹੁਣ ਪੈਰਾਬੋਲਾ ਲਈ ਸਾਨੂੰ ਇਲਿਪਸ ਵਾਂਗ 4 ਕੁਆਡਰੈਂਟ ਵਿੱਚ ਡਿਵਾਈਡ ਕਰਨ ਦੀ ਲੋੜ ਨਹੀਂ ਹੈ। ਪੈਰਾਬੋਲਾ ਹਮੇਸ਼ਾ ਇਸ ਵਰਟੀਕਲ ਐਕਸਿਸ ਬਾਰੇ ਸਿਮੈਟ੍ਰਿਕ ਹੁੰਦਾ ਹੈ ਕਿ ਅਸੀਂ ਇਸ ਪੁਆਇੰਟ ਨੂੰ C ਅਤੇ D ਦਾ ਨਾਮ ਦੇਣ ਤੋਂ ਬਾਅਦ ਕੀ ਪ੍ਰਾਪਤ ਕਰਨ ਜਾ ਰਹੇ ਹਾਂ। ਅਸੀਂ ਇਸ ਨੂੰ ਇਕੁਅਲ ਪਾਰਟ ਵਿੱਚ ਡਿਵਾਈਡ ਕਰ ਸਕਦੇ ਹਾਂ, ਜਿਵੇਂ ਕਿ ਇੱਥੇ 7 ਇਕੁਅਲ ਪਾਰਟ। ਆਓ 1 2 3 4 5 6 ਅਤੇ ਇਹ 7th 1 ਕਰੀਏ। ਸਿਮਿਲਰਲੀ ਸਾਨੂੰ ਇਸ ਨੂੰ 7 ਇਕੁਅਲ ਪਾਰਟ ਵਿੱਚ ਡਿਵਾਈਡ ਕਰਨਾ ਪਵੇਗਾ। ਅਸੀਂ 100 ਮਿਲੀਮੀਟਰ ਪਹਿਲਾਂ ਹੀ ਜਾਣਦੇ ਹਾਂ। ਜੇਕਰ ਅਸੀਂ ਸੱਚਮੁੱਚ 7 ਇਕੁਅਲ ਪਾਰਟ ਕੰਸਟਰਕਟ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਕੀ ਕਰਨਾ ਹੈ? ਇੱਕ ਇਨਕਲਾਈਨਡ ਲਾਈਨ ਬਣਾਓ। ਸਾਡੇ ਕੰਪਸ ਦੀ ਵਰਤੋਂ ਕਰਕੇ 7 ਪੁਆਇੰਟ ਨੂੰ 1 2 3 4 5 6 ਅਤੇ 7 1 ਬਣਾਉਣਾ ਹੈ। ਇੱਕ ਵਾਰ ਜਦੋਂ ਅਸੀਂ ਇਹ ਜਾਣਦੇ ਹਾਂ ਕਿ ਇਹਨਾਂ ਪੁਆਇੰਟ ਨੂੰ ਪੈਰਲਲ ਜੁਆਇਨ ਕਰਦੇ ਹਾਂ, ਕਿ ਸਾਨੂੰ ਜਾਣਾ ਹੈ। ਤਾਂ ਸਭ ਤੋਂ ਆਸਾਨ ਚੀਜ਼ ਸਭ ਤੋਂ ਪਹਿਲਾਂ ਇੱਕ ਪਰਪੈਂਡੀਕਿਊਲਰ ਲਾਈਨ ਬਣਾਉਣਾ ਹੈ। ਇਸ ਲਈ ਸੈਟ ਸਕੁਏਅਰ ਨੂੰ ਉੱਥੇ ਹੋਰ ਵੀ ਐਡਜਸਟ ਕੀਤਾ ਜਾ ਸਕਦਾ ਹੈ। ਇਸ ਲਈ ਆਓ ਇਸ ਲਾਈਨ ਨੂੰ ਅੰਤ ਤੱਕ ਵਧਾ ਦੇਈਏ। ਇਸ ਲਈ ਸਾਨੂੰ ਇਸ ਤੇ ਸਾਡੇ ਸੈਟ ਸਕੁਏਅਰ ਲਈ ਸਪੋਰਟ ਪ੍ਰਾਪਤ ਕਰਨਾ ਹੈ। ਇਸ ਤੇ ਅਸੀਂ ਇਕੁਅਲ ਡਿਵੀਜ਼ਨ ਕੰਸਟਰਕਟ ਕਰ ਸਕਦੇ ਹਾਂ। ਆਓ ਇੱਥੇ ਸ਼ੁਰੂ ਕਰੀਏ। ਇਸ ਲਈ ਅਸੀਂ ਇਹਨਾਂ ਪੁਆਇੰਟ ਦੀ ਪਛਾਣ ਕੀਤੀ ਹੈ। ਬਾਕੀ ਬਚੀਆਂ ਚੀਜ਼ਾਂ ਜੋ ਅਸੀਂ ਇਰੇਜ਼ ਕਰ ਸਕਦੇ ਹਾਂ। ਠੀਕ ਹੈ। ਪੁਆਇੰਟ ਦੀ ਪਛਾਣ ਕੀਤੀ ਗਈ ਹੈ। ਆਓ ਅਸੀਂ ਉਹਨਾਂ ਨੂੰ 1 2 3 4 5 6 ਕਹਿੰਦੇ ਹਾਂ। ਇਹ 1 2 3 4 5
6 ਡੈਸ਼ ਪੁਆਇੰਟ D ਤੋਂ ਕਨੈਕਟ ਹੁੰਦੇ ਹਨ। ਇਸ ਲਈ ਸਾਨੂੰ ਇਹਨਾਂ ਲਾਈਨਾਂ D ਤੋਂ 1 D ਤੋਂ 2 D ਤੋਂ 3 D ਤੋਂ 4 D ਤੋਂ 5 D ਤੱਕ 6 ਤੱਕ ਵਧਾਉਣਾ ਹੋਵੇਗਾ। ਹੁਣ 1 ਤੋਂ ਸਾਨੂੰ ਪਰਪੇਂਡੀਕੂਲਰ ਡਰਾ ਕਰਨੇ ਪੈਣਗੇ, ਜੋ ਪਹਿਲੀ ਲਾਈਨ ਨੂੰ ਇੰਟਰਸੈਕਟ ਕਰਨ ਜਾ ਰਹੇ ਹਨ। ਪਰਪੇਂਡੀਕੂਲਰ 1 ਇੱਥੇ ਗ੍ਰਾਫ ਸ਼ੀਟ ਤੇ ਹੈ। 2 ਲਈ ਸਾਨੂੰ 2 ਨਾਲ ਇੰਟਰਸੈਕਟ ਕਰਨਾ ਪਵੇਗਾ। 3 ਲਈ ਇਹ ਦੁਬਾਰਾ ਘਟਦਾ ਹੈ। 4 ਇਹ ਇੰਟਰਸੈਕਸ਼ਨ ਦਾ ਪੁਆਇੰਟ ਹੈ, ਇਸ ਲਈ ਆਓ ਇਸ ਦਾ ਨਾਮ ਦਈਏ 1 P2 P3 P4 P5 ਅਤੇ 5 ਤੋਂ ਅਤੇ 6 ਤੋਂ। ਇਸ ਲਈ ਜੇਕਰ ਮੈਂ ਇਹਨਾਂ ਪੁਆਇੰਟ ਨੂੰ ਜੁਆਇਨ ਕਰ ਰਿਹਾ ਹਾਂ, ਤਾਂ ਇਹ ਫਰੀਹੈਂਡ ਸਕੈਚ। ਤਾਂ ਆਓ ਬਾਟਮ ਤੋਂ ਇੱਕ ਫਰੀਹੈਂਡ ਸਕੈਚ ਬਣਾਈਏ। ਪੈਰਾਬੋਲਾ ਕੰਸਟਰਕਟ ਕਰੋ। ਚੀਜ਼ ਦਾ ਇਹ ਪਾਰਟ ਅਤੇ ਕੋਈ ਵੀ ਇਸ ਦੂਰੀ ਨੂੰ ਮਾਪ ਕੇ ਸਿਮੈਟ੍ਰਿਕ ਦਲੀਲਾਂ ਬਣਾ ਸਕਦਾ ਹੈ। ਉਦਾਹਰਨ ਲਈ, ਇਸ ਲਾਈਨ ਨੂੰ ਵਧਾਉਣ ਦਾ ਸਭ ਤੋਂ ਆਸਾਨ ਤਰੀਕਾ ਇਹ ਹੈ ਕਿ ਸਾਨੂੰ ਡਰਾਫਟਰ ਦੀ ਵਰਤੋਂ ਕਰਕੇ ਕਈ ਹੋਰੀਜ਼ੋਨਟਲ ਲਾਈਨਾਂ ਕੰਸਟਰਕਟ ਕਰਨੀ ਪੈਂਦੀਆਂ ਹਨ। ਇੱਕ ਇਸ ਤਰੀਕੇ ਨਾਲ ਇਸ ਹੋਰੀਜ਼ੋਨਟਲ ਲਾਈਨਾਂ ਨੂੰ ਆਸਾਨੀ ਨਾਲ ਕੰਸਟਰਕਟ ਕਰ ਸਕਦਾ ਹੈ। ਇਸ ਸੈਂਟਰ ਤੋਂ ਹੋਰੀਜ਼ੋਨਟਲ ਲਾਈਨ ਤੇ ਮਾਪੋ, ਜੋ ਵੀ ਦੂਰੀ ਇਸ ਦੀ ਦੂਜੇ ਸਾਈਡ ਤੇ ਹੁੰਦੀ ਹੈ। ਸਿਮਿਲਰਲੀ, ਇਸ ਪੁਆਇੰਟ ਤੇ ਇਹ ਹੋਰੀਜ਼ੋਨਟਲ ਦੂਰੀ ਜੋ ਵੀ ਹੋਵੇ। ਉਦਾਹਰਨ ਲਈ, ਆਓ ਅਸੀਂ ਇਸ ਨੂੰ ਚੁਣੀਏ। ਉਹੀ ਪੁਆਇੰਟ ਸਾਡੇ ਕੋਲ ਇਸ ਸਾਈਡ ਤੇ ਹੋਵੇਗਾ। ਸਿਮਿਲਰਲੀ, ਚਲੋ ਇਸ ਪੁਆਇੰਟ ਨੂੰ ਕਿਤੇ ਚੁਣੋ। ਜਿੱਥੇ ਇਹ ਇੱਕ ਦੂਜੇ ਨੂੰ ਇੰਟਰਸੈਕਟ ਕਰਦਾ ਹੈ। ਇਸ ਲਈ ਆਓ ਇਹਨਾਂ ਪੁਆਇੰਟ ਨੂੰ ਨਾਮ ਦੇਈਏ। ਸਿਮਿਲਰਲੀ, ਜੇਕਰ ਇਹ ਹੋਰੀਜ਼ੋਨਟਲ ਗ੍ਰਾਫ ਸ਼ੀਟ ਤੇ ਪੁਆਇੰਟ ਹੈ, ਤਾਂ ਇੱਥੇ ਇੱਕ ਦੂਜੇ ਨੂੰ ਇੰਟਰਸੈਕਟ ਕਰਦਾ ਹੈ ਅਤੇ ਇਸ ਹੋਰੀਜ਼ੋਨਟਲ ਤੇ ਇਹ ਪੁਆਇੰਟ ਹੋਵੇਗਾ ਅਤੇ ਇਸ ਦੇ ਲਈ ਇਹ ਕਰਵ ਹੈ ਜੋ ਵੀ ਇਹ ਇੱਕ ਦੂਜੇ ਨੂੰ ਇੰਟਰਸੈਕਟਿੰਗ ਕਰ ਰਹੀ ਹੈ। ਸਿਮਿਲਰਲੀ, ਇਸ ਪੁਆਇੰਟ ਤੋਂ ਕਰਵ ਸਿਮੈਟ੍ਰਿਕ ਹੈ। ਇਸ ਲਈ ਉਸ ਆਰਗੂਮੈਂਟ ਦੀ ਵਰਤੋਂ ਕਰਕੇ ਬਾਕੀ ਕਰਵ ਨੂੰ ਬਣਾਇਆ ਜਾ ਸਕਦਾ ਹੈ। ਇਸ ਲਈ ਆਓ ਇਸ ਯੂਨਿਟ ਹੋਰੀਜ਼ੋਨਟਲ ਨੂੰ ਇੱਥੋਂ ਚੁਣੀਏ ਅਤੇ ਇਹ ਪੁਆਇੰਟ ਹੈ। ਇਸ ਡਾਇਰੈਕਸ਼ਨ ਵਿੱਚ ਇਹ ਫਰੀਹੈਂਡ ਸਕੈਚ ਸਾਨੂੰ ਇਹ ਪੈਰਾਬੋਲਾ ਦੇ ਸਕਦਾ ਹੈ।
ਅਗਲੇ ਲੈਕਚਰ ਵਿੱਚ ਅਸੀਂ ਇਸ ਬਾਰੇ ਹੋਰ ਸਿੱਖਾਂਗੇ। ਟੈਂਜੈਂਟ ਮੈਥਡ ਦੀ ਵਰਤੋਂ ਕਿਵੇਂ ਕਰੀਏ? ਇੱਕ ਪੈਰਾਬੋਲ ਨੂੰ ਟੈਂਜੈਂਟ ਅਤੇ ਨੋਰਮਲ ਨੂੰ ਕਿਵੇਂ ਕੰਸਟਰਕਟ ਕੀਤਾ ਜਾਵੇ? ਧੰਨਵਾਦ।